ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਪੰਜਾਬ ਮੇਲ USA TV। ਮੈਂ ਹਾਂ ਬरुण ਕੌਰ ਮਾਨ। ਖਬਰਾਂ ਦੇ ਬੁਲੇਟਿਨ ਵਿੱਚ ਤੁਹਾਡਾ ਸਵਾਗਤ। ਪੇਸ਼ ਨੇ ਪਹਿਲਾਂ ਚੋਣਵੀਆਂ ਖਬਰਾਂ। ਰਾਸ਼ਟਰਪਤੀ ਜੋ ਬਾਈਡਨ ਕੋਵਿਡ ਨਾਲ ਜੁੜੀ ਵੱਖ-ਵੱਖ ਮਦਦ ਭਾਰਤ ਨੂੰ ਦਿੱਤੇ ਜਾਣ ਦੀ ਨਿਗਰਾਨੀ ਕਰ ਰਹੇ ਨੇ। ਗੁਰਦੁਆਰਾ ਸਿੱਖ ਟੈਂਪਲ ਯੂਬਾ ਸਿਟੀ ਦੀਆਂ ਚੋਣਾਂ 'ਚ ਸਾਧ ਸੰਗਤ ਸਲੇਟ ਰਹੀ ਜੇਤੂ। ਲੰਡਨ ਹਾਈ ਕੋਰਟ ਵਿੱਚ ਦਿਵਾਲੀਆਪਨ ਪਟੀਸ਼ਨ ਹਾਰਿਆ ਵਿਜੇ ਮਾਲਿਆ। ਸਿਆਟਲ 'ਚ ਭਾਰਤੀ ਤੇ ਪਾਕਿਸਤਾਨੀ ਮੂਲ ਦੇ ਨਾਗਰਿਕਾਂ ਨੇ ਮਿਲ ਕੇ ਮਨਾਈ ਈਦ। 6 ਜੁਲਾਈ ਤੋਂ ਹੁਣ ਖੁੱਲੇਗੀ ਨਿਊਯਾਰਕ ਦੀ ਇਮੀਗ੍ਰੇਸ਼ਨ ਕੋਰਟ। ਅਮਰੀਕਾ ਵਿੱਚ ਹੁਣ ਪੁਲਿਸ ਕਿਸੇ ਦੇ ਘਰ ਬਿਨਾਂ ਵਾਰੰਟ ਤੋਂ ਨਹੀਂ ਹੋ ਸਕੇਗੀ ਦਾਖਲ। ਜਸਪ੍ਰੀਤ ਸਿੰਘ ਅਟਾਰਨੀ। ਬੱਸ ਤੇ ਗੋਲਾਬਾਰੀ, 2 ਔਰਤਾਂ ਦੀ ਮੌਤ ਤੇ 5 ਹੋਰ ਜ਼ਖਮੀ। ਪੇਸ਼ ਨੇ ਹੁਣ ਖਬਰਾਂ ਵਿਸਥਾਰ ਨਾਲ। ਅਮਰੀਕਾ ਨੇ ਕਿਹਾ ਹੈ ਕਿ ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਉਹ ਆਪਣੇ ਅਹਿਮ ਭਾਈਵਾਲ ਭਾਰਤ ਦੀ ਮਦਦ ਕਰਦਾ ਰਹੇਗਾ। ਵਾਈਟ ਹਾਊਸ ਦੇ ਪ੍ਰੈਸ ਸਕੱਤਰ ਮੁਤਾਬਕ ਰਾਸ਼ਟਰਪਤੀ ਜੋ ਬਾਈਡਨ ਕੋਵਿਡ ਨਾਲ ਜੁੜੀ ਵੱਖ-ਵੱਖ ਮਦਦ ਭਾਰਤ ਨੂੰ ਦਿੱਤੇ ਜਾਣ ਦੀ ਨਿਗਰਾਨੀ ਕਰ ਰਹੇ ਨੇ। ਅਮਰੀਕਾ ਨੇ $10 ਕਰੋੜ ਦੀ ਮਦਦ ਦੇਣ ਦਾ ਵਾਅਦਾ ਕੀਤਾ ਹੈ ਤੇ ਹੁਣ ਤੱਕ 7 ਜਹਾਜ਼ ਵੱਖ-ਵੱਖ ਰਾਹਤ ਸਮੱਗਰੀ ਨਾਲ ਲੱਦ ਕੇ ਭਾਰਤ ਭੇਜੇ ਗਏ ਹਨ। ਕਈ ਭਾਰਤੀ ਅਮਰੀਕੀ ਸੰਗਠਨ ਵੀ ਸਹਾਇਤਾ ਦੇ ਕਾਰਜ ਵਿੱਚ ਜੁਟੇ ਹੋਏ ਹਨ। ਸੇਵਾ ਇੰਟਰਨੈਸ਼ਨਲ ਤੇ ਭਾਰਤੀ ਮੂਲ ਦੇ ਡਾਕਟਰਾਂ ਦੇ ਇੱਕ ਸੰਗਠਨ ਨੇ ਇੱਕ ਆਨਲਾਈਨ ਟੈਲੀ ਹੈਲਥ ਪਲੇਟਫਾਰਮ ਨਾਲ ਸਾਂਝ ਪਾਈ ਹੈ। ਇਸ ਰਾਹੀਂ ਭਾਰਤ ਵਿੱਚ ਕੋਵਿਡ-19 ਦੇ ਮਰੀਜ਼ਾਂ ਨੂੰ ਮੁਫਤ ਮੈਡੀਕਲ ਸਲਾਹ ਮੁਹੱਈਆ ਕਰਵਾਈ ਜਾ ਰਹੀ ਹੈ। ਗੁਰਦੁਆਰਾ ਸਿੱਖ ਟੈਂਪਲ ਯੂਬਾ ਸਿਟੀ ਦੀਆਂ ਹੋਈਆਂ ਪ੍ਰਬੰਧਕੀ ਚੋਣਾਂ ਵਿੱਚ ਸਾਧ ਸੰਗਤ ਸਲੇਟ ਜੇਤੂ ਰਹੀ, ਜਿਸ ਦੀ ਅਗਵਾਈ ਸਰਬਜੀਤ ਥਿਆੜਾ ਤੇ ਤਜਿੰਦਰ ਦੋਸਾਂਝ ਕਰ ਰਹੇ ਸਨ। ਇਸ ਸਲੇਟ ਦੇ 20 ਉਮੀਦਵਾਰਾਂ ਤੇ ਪੰਥਕ ਸਲੇਟ ਦੇ 11 ਉਮੀਦਵਾਰ ਜੇਤੂ ਐਲਾਨੇ ਗਏ। ਇਨ੍ਹਾਂ ਵੋਟਾਂ ਦੌਰਾਨ ਕੁੱਲ 3613 ਵੋਟਾਂ ਪਈਆਂ। ਗੁਰਦੁਆਰਾ ਸਾਹਿਬ ਦੀਆਂ ਪ੍ਰਬੰਧਕੀ ਚੋਣਾਂ 2 ਦਿਨਾਂ ਵਿੱਚ ਨੇਪਰੇ ਚੜੀਆਂ। ਦੋਵਾਂ ਧਿਰਾਂ ਦੇ ਵਕੀਲਾਂ ਦੀ ਹਾਜ਼ਰੀ 'ਚ ਅਤੇ ਵਿਧਾਨਿਕ ਤੌਰ ਤੇ ਜੇਤੂ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ। ਇਸ ਮੌਕੇ ਪੁਲਿਸ ਦਾ ਤੇ ਨਿੱਜੀ ਸੁਰੱਖਿਆ ਅਮਲੇ ਦਾ ਭਾਰੀ ਪ੍ਰਬੰਧ ਕੀਤਾ ਗਿਆ ਸੀ। ਸਾਧ ਸੰਗਤ ਸਲੇਟ ਦੇ 20 ਡਾਇਰੈਕਟਰ, ਜਿਨ੍ਹਾਂ ਵਿੱਚ ਪ੍ਰੀਤਮ ਸਿੰਘ, ਅਜੈਬ ਸਿੰਘ ਮੱਲੀ, ਸੁਖਦੇਵ ਸਿੰਘ ਮੁੰਡੀ, ਸਰਬਜੀਤ ਸਿੰਘ ਥਿਆੜਾ, ਜਗਦੀਪ ਸਿੰਘ ਬਾਜਵਾ, ਹਰਜਿੰਦਰ ਵੈਂਸ, ਤਜਿੰਦਰ ਸਿੰਘ ਦੋਸਾਂਝ, ਨਰ ਸਿੰਘ ਹੀਰ, ਮਹਾ ਸਿੰਘ ਢਿੱਲੋਂ, ਹਰਜੀਤ ਸਿੰਘ ਗਿੱਲ, ਗੁਰਕਮਲਜੀਤ ਸਿੰਘ ਕਾਲਕਟ, ਗੁਰਚਰਨ ਸਿੰਘ ਰੰਧਾਵਾ, ਗੁਰਮੀਤ ਸਿੰਘ ਤੱਖਰ, ਜਸ ਥਿਆੜਾ, ਸਰਬਜੀਤ ਡਡਵਾਲ, ਤਾਰਾ ਸਿੰਘ ਭੰਗਲ, ਤੀਰਥ ਚੀਮਾ, ਰਵਿੰਦਰ ਸਿੰਘ ਸੋਹਤਾ, ਮਲਕੀਤ ਸਿੰਘ ਤੇ ਕਸ਼ਮੀਰ ਸਿੰਘ ਰਾਏ ਜੇਤੂ ਰਹੇ। ਇਸੇ ਤਰ੍ਹਾਂ ਪੰਥਕ ਸਲੇਟ ਦੇ ਜੇਤੂ ਉਮੀਦਵਾਰਾਂ ਵਿੱਚ ਬਲਰਾਜ ਸਿੰਘ ਢਿੱਲੋਂ, ਜਸਵੀਰ ਸਿੰਘ ਧਾਮੀ, ਮਨਜੀਤ ਸਿੰਘ ਢਿੱਲੋਂ, ਦਲਵੀਰ ਸਿੰਘ ਗਿੱਲ, ਨਿਰਮਲ ਸਿੰਘ ਜੰਡਾ, ਨਰਿੰਦਰ ਸਿੰਘ, ਕੁਲਦੀਪ ਸਿੰਘ ਸੋਹਤਾ, ਹਰਭਜਨ ਸਿੰਘ ਢੇਰੀ, ਹਰਮਨਦੀਪ ਸਿੰਘ ਸੰਧੂ, ਅਮਰੀਕ ਸਿੰਘ ਕਾਹਲ ਅਤੇ ਜੋਗਾ ਸਿੰਘ ਰਾਏ ਸ਼ਾਮਲ ਹਨ। ਗੁਰੂ ਘਰ ਗੁਰਦੁਆਰਾ ਟਾਇਰਾ ਬਿਊਨਾ ਦੀ ਪ੍ਰਬੰਧਕ ਕਮੇਟੀ ਦੀਆਂ ਚਰਚਿਤ ਚੋਣਾਂ ਵਿੱਚ ਵੋਟਰਾਂ 'ਚ ਭਰਪੂਰ ਉਤਸ਼ਾਹ ਵੇਖਣ ਨੂੰ ਮਿਲਿਆ। ਕੁੱਲ ਰਜਿਸਟਰਡ ਵੋਟਾਂ 6804 ਸਨ, ਜਦਕਿ ਪੋਲ ਹੋਈਆਂ ਵੋਟਾਂ ਦੀ ਗਿਣਤੀ 3611 ਰਹੀ। ਜੇਤੂ ਧੜੇ ਦੇ ਸਰਬ ਥਿਆੜਾ ਤੇ ਤਜਿੰਦਰ ਦੋਸਾਂਝ ਨੇ ਸਥਾਨਕ ਸਾਰੀ ਸੰਗਤ ਨੂੰ ਸੇਵਾ ਦਾ ਮੌਕਾ ਦੇਣ ਲਈ ਧੰਨਵਾਦ ਕੀਤਾ। ਉਹਨਾਂ ਨੇ ਕਿਹਾ, ਜੋ ਵੀ ਵਾਅਦੇ ਕੀਤੇ ਸਾਨੂੰ ਪੂਰੇ ਕਰਾਂਗੇ। ਭਾਰਤ ਦਾ ਭਗੌੜਾ ਸ਼ਰਾਬ ਕਾਰੋਬਾਰੀ ਵਿਜੇ ਮਾਲਿਆ ਲੰਡਨ ਹਾਈ ਕੋਰਟ ਵਿੱਚ ਦਿਵਾਲੀਆਪਨ ਪਟੀਸ਼ਨ ਹਾਰ ਗਿਆ ਹੈ। ਲੰਡਨ ਹਾਈ ਕੋਰਟ ਨੇ ਭਾਰਤ ਵਿੱਚ ਮਾਲਿਆ ਦੀ ਜਾਇਦਾਦ ਤੇ ਲਗਾਏ ਸੁਰੱਖਿਆ ਕਵਰ ਨੂੰ ਹਟਾ ਦਿੱਤਾ ਹੈ। ਇਸ ਨਾਲ ਭਾਰਤੀ ਸਟੇਟ ਬੈਂਕ ਦੀ ਅਗਵਾਈ ਵਾਲੇ ਭਾਰਤੀ ਬੈਂਕਾਂ ਦੀ ਸੰਸਥਾ ਵਿਜੇ ਮਾਲਿਆ ਦੀ ਭਾਰਤ 'ਚ ਜਾਇਦਾਦ ਤੇ ਕਬਜ਼ਾ ਕਰਕੇ ਉਸ ਨੂੰ ਬਰਾਮਦ ਕਰ ਸਕੇਗੀ। ਭਾਰਤੀ ਸਟੇਟ ਬੈਂਕ ਦੀ ਅਗਵਾਈ ਵਾਲੇ ਭਾਰਤੀ ਬੈਂਕਾਂ ਦੇ ਕੰਸੋਰਟੀਅਮ ਨੇ ਲੰਡਨ ਹਾਈ ਕੋਰਟ ਨੂੰ ਅਪੀਲ ਕੀਤੀ ਸੀ ਕਿ ਉਹ ਭਾਰਤ 'ਚ ਜਾਇਦਾਦ ਤੇ ਮਾਲਿਆ ਦਾ ਸੁਰੱਖਿਆ ਕਵਰ ਹਟਾਵੇ, ਜਿਸ ਨੂੰ ਲੰਡਨ ਹਾਈ ਕੋਰਟ ਨੇ ਸਵੀਕਾਰ ਕਰ ਲਿਆ ਸੀ। ਇਸ ਨਾਲ ਭਾਰਤ ਦੇ ਬੈਂਕ ਮਾਲਿਆ ਦੀ ਜਾਇਦਾਦ ਦੀ ਨਿਲਾਮੀ ਕਰ ਸਕਣਗੇ ਤੇ ਉਹਨਾਂ ਦੇ ਕਰਜ਼ੇ ਵਸੂਲ ਸਕਣਗੇ। ਲੰਡਨ ਹਾਈ ਕੋਰਟ ਦੇ ਚੀਫ ਇਨਸੋਲਵੈਂਸੀ ਐਂਡ ਕੰਪਨੀਜ਼ ਕੋਰਟ ਦੇ ਜੱਜ ਮਾਈਕਲ ਬ੍ਰਿਗਸ ਨੇ ਭਾਰਤੀ ਬੈਂਕਾਂ ਦੇ ਹੱਕ 'ਚ ਫੈਸਲਾ ਸੁਣਾਇਆ ਤੇ ਕਿਹਾ ਕਿ ਅਜਿਹੀ ਕੋਈ ਜਨਤਕ ਨੀਤੀ ਨਹੀਂ ਹੈ ਜੋ ਮਾਲਿਆ ਦੀ ਜਾਇਦਾਦ ਨੂੰ ਸੁਰੱਖਿਆ ਅਧਿਕਾਰ ਪ੍ਰਦਾਨ ਕਰੇ। ਈਦ ਤੇ 30 ਦਿਨ ਰੋਜ਼ੇ ਰੱਖਣ ਤੋਂ ਬਾਅਦ ਭਾਰਤੀ ਅਤੇ ਪਾਕਿਸਤਾਨੀ ਮੂਲ ਦੇ ਨਾਗਰਿਕਾਂ ਨੇ ਮਿਲ ਕੇ ਈਦ ਮਨਾਈ ਅਤੇ ਇੱਕ ਦੂਸਰੇ ਨੂੰ ਈਦ ਮੁਬਾਰਕ ਤੇ ਸ਼ੁਭਕਾਮਨਾਵਾਂ ਦਿੱਤੀਆਂ। ਪਾਕਿਸਤਾਨੀ ਮੂਲ ਦੇ ਨਕੀਬ ਰਹਿਮਾਨ ਤੇ ਰਾਜਾ ਰਹਿਮਾਨ ਦੇ ਵਿਸ਼ੇਸ਼ ਸੱਦੇ ਤੇ ਦੋਸਤ ਮਿੱਤਰਾਂ ਤੇ ਸਨੇਹੀਆਂ ਨੂੰ ਬੁਲਾਇਆ, ਜਿੱਥੇ ਸੇਮ ਵਿਰਕ ਵੱਲੋਂ ਮਹਾਰਾਜਾ ਪੈਲੇਸ ਤੋਂ ਵੰਨ-ਸਵੰਨੇ ਖਾਣੇ ਤਿਆਰ ਕਰਵਾ ਕੇ ਸੇਵਾ ਨਿਭਾਈ ਗਈ। ਇਸ ਮੌਕੇ ਨਕੀਬ ਰਹਿਮਾਨ ਤੇ ਰਾਜਾ ਰਹਿਮਾਨ ਨੇ ਈਦ ਦੀ ਵਿਸ਼ੇਸ਼ਤਾ ਤੇ ਮਹਾਨਤਾ ਬਾਰੇ ਚਾਨਣਾ ਪਾਇਆ। ਅਮਰੀਕ ਸਿੰਘ ਵਿਰਕ ਤੇ ਡਾਕਟਰ ਅਵਿਨਿਜ
ਗੁੱਜਰ MD ਨੇ ਕਿਸਾਨ ਅੰਦੋਲਨ ਤੇ ਕੋਵਿਡ-19 ਮਹਾਮਾਰੀ ਬਿਮਾਰੀ ਬਾਰੇ ਵਿਚਾਰ ਚਰਚਾ ਕੀਤੀ। ਪੰਜਾਬ ਖੇਡ ਵਿਭਾਗ ਦੇ ਸਾਬਕਾ ਡਿਪਟੀ ਡਾਇਰੈਕਟਰ ਰਵਿੰਦਰ ਕੁਮਾਰ ਰਿਸ਼ੀ ਅਤੇ ਮਨਮੋਹਨ ਸ਼ਰਮਾ ਨੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਸਾਰੇ ਧਰਮਾਂ ਤੇ ਜਾਤਾਂ ਨੂੰ ਬਰਾਬਰ ਸਮਝਣ ਤੇ ਜ਼ੋਰ ਦਿੱਤਾ। ਇਸ ਮੌਕੇ ਪਰਿਵਾਰਾਂ ਸਮੇਤ ਪਹੁੰਚ ਕੇ ਈਦ ਦਾ ਦਿਵਸ ਬੜੇ ਉਤਸ਼ਾਹ ਨਾਲ ਮਨਾਉਣ ਨੂੰ ਵਡਭਾਗਾ ਦੱਸਿਆ। गुरप्रीत सिंह गोगा वर्क ने अखीर विच सारे मेहमानां दा धन्नवाद कीता। ये ईद उल फितर है, पहली ईद रोज़ों के बाद मनाई जाती है और हमारे जो बहुत ही करीब जान पहचान के हैं वो सब यहाँ मौजूद हैं एंड वी आर रियली एंजॉयिंग इट एंड वी अप्रिशिएट दैट दे ऑल हियर। वी थैंक देम फॉर हैविंग डिनर विद अस एंड स्पेंडिंग क्वालिटी टाइम विद अस। अमेरिका के प्रसिद्ध वकील सरदार जसप्रीत सिंह अटॉर्नी एट लॉ ने प्रेस ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਿਊਯਾਰਕ ਦੀ ਇਮੀਗ੍ਰੇਸ਼ਨ ਕੋਰਟ ਹੁਣ 6 ਜੁਲਾਈ ਤੋਂ ਖੁੱਲ ਜਾਵੇਗੀ। ਉਹਨਾਂ ਨੇ ਕਿਹਾ ਕਿ ਭਾਵੇਂ ਇੱਥੇ ਬਹੁਤ ਇਮੀਗ੍ਰੇਸ਼ਨ ਕੋਰਟਾਂ ਖੁੱਲੀਆਂ ਹਨ ਪਰ ਨਿਊਯਾਰਕ ਦੀ ਇਮੀਗ੍ਰੇਸ਼ਨ ਕੋਰਟ ਪਿਛਲੇ 1 ਸਾਲ ਤੋਂ ਬੰਦ ਸੀ। ਅਮਰੀਕਾ ਦੇ ਇਮੀਗ੍ਰੇਸ਼ਨ ਵਿਭਾਗ ਦੀ ਤਾਜ਼ਾ ਜਾਣਕਾਰੀ ਅਨੁਸਾਰ ਨਿਊਯਾਰਕ ਦੀ ਇਮੀਗ੍ਰੇਸ਼ਨ ਕੋਰਟ 6 ਜੁਲਾਈ ਤੋਂ ਪੂਰੀ ਤਰ੍ਹਾਂ ਖੁੱਲ ਜਾਵੇਗੀ। ਮਾਸਟਰ ਅਤੇ ਇੰਡੀਵਿਜੂਅਲ ਡੇਟ ਦੀ ਸੁਣਵਾਈ ਵੀ ਕੀਤੀ ਜਾਵੇਗੀ। ਉਹਨਾਂ ਨੇ ਦੱਸਿਆ ਕਿ ਨਿਊਯਾਰਕ ਵਿਖੇ ਇਮੀਗ੍ਰੇਸ਼ਨ ਕੋਰਟ ਦੀ ਬ੍ਰਾਂਚ ਨਿਊਯਾਰਕ ਵਿਖੇ ਬ੍ਰੌਡਵੇ ਦੇ ਫੈਡਰਲ ਪਲਾਜ਼ਾ ਦੀ ਵੈਰਿਕ ਸਟਰੀਟ ਤੇ ਸਥਿਤ ਹੈ। ਉਹਨਾਂ ਦੱਸਿਆ ਕਿ ਅਮਰੀਕਨ ਸੁਪਰੀਮ ਕੋਰਟ ਦਾ ਇੱਕ ਹੋਰ ਅਹਿਮ ਫੈਸਲਾ ਆ ਗਿਆ ਹੈ ਜਿਸ ਤਹਿਤ ਅਮਰੀਕਾ ਦੀ ਸੁਪਰੀਮ ਕੋਰਟ ਨੇ ਪੁਲਿਸ ਨੂੰ ਕਿਸੇ ਦੇ ਵੀ ਘਰ ਵਾਰੰਟ ਤੋਂ ਬਿਨਾਂ ਜਾਣ ਤੋਂ ਰੋਕ ਲਾ ਦਿੱਤੀ ਹੈ ਅਤੇ ਇਸ ਕੇਸ ਦਾ ਨਾਮ ਕੈਨਿਗਲੀਆ ਵੀ ਸਟੋਰਮ ਹੈ, ਜਦਕਿ ਇਸ ਤੋਂ ਪਹਿਲਾਂ ਪੁਲਿਸ ਨਿਯਮ ਦੇ ਅਧੀਨ ਕਿਸੇ ਦੇ ਵੀ ਘਰ ਅੰਦਰ ਦਾਖਲ ਹੋ ਸਕਦੀ ਸੀ ਪਰ ਹੁਣ ਇਹ ਮੁਮਕਿਨ ਨਹੀਂ ਹੋਵੇਗਾ। ਅਮਰੀਕਾ ਵਿਖੇ ਸੈਨ ਫ੍ਰਾਂਸਿਸਕੋ ਵੇ ਏਰੀਆ ਫ੍ਰੀਵੇ ਤੇ 2 ਲੋਕਾਂ ਨੇ ਇੱਕ ਬੱਸ ਤੇ ਗੋਲੀਬਾਰੀ ਕੀਤੀ। ਇਸ ਗੋਲੀਬਾਰੀ ਵਿੱਚ 2 ਔਰਤਾਂ ਦੀ ਮੌਤ ਹੋ ਗਈ ਅਤੇ 5 ਹੋਰ ਜ਼ਖਮੀ ਹੋਏ ਹਨ। ਈਸਟ ਬੇ ਟਾਈਮਜ਼ ਦੀ ਖਬਰ ਮੁਤਾਬਕ ਬੱਸ ਵਿੱਚ ਸਵਾਰ ਯਾਤਰੀ ਇੱਕ ਔਰਤ ਦਾ 21ਵਾਂ ਜਨਮ ਦਿਨ ਮਨਾ ਰਹੇ ਸਨ। ਇੰਟਰਸਟੇਟ 580 ਦੇ ਦੇਰ ਰਾਤ ਕਰੀਬ 12:20 ਤੇ ਬੱਸ ਤੇ ਹਮਲਾ ਕੀਤਾ ਗਿਆ। ਬੱਸ ਸੈਨ ਫ੍ਰਾਂਸਿਸਕੋ ਤੋਂ ਆਕਲੈਂਡ ਪਰਤ ਰਹੀ ਸੀ। ਅਧਿਕਾਰੀਆਂ ਨੇ ਦੱਸਿਆ ਕਿ ਇੱਕ ਹੋਰ ਗੱਡੀ ਤੇ ਸਵਾਰ 2 ਲੋਕਾਂ ਨੇ ਬੱਸ ਤੇ ਗੋਲੀਬਾਰੀ ਕੀਤੀ। ਬੱਸ ਤੇ ਕਰੀਬ 70 ਗੋਲੀਆਂ ਚਲਾਈਆਂ ਗਈਆਂ। ਕੈਲੀਫੋਰਨੀਆ ਦੇ ਹਾਈਵੇ ਗਸ਼ਤੀ ਵਿਭਾਗ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ ਤੋਂ ਪ੍ਰਤੀਤ ਹੁੰਦਾ ਹੈ ਕਿ ਗੋਲੀਬਾਰੀ ਕਿਸੇ ਨੂੰ ਨਿਸ਼ਾਨਾ ਬਣਾ ਕੇ ਕੀਤੀ ਗਈ। ਵਿਭਾਗ ਆਕਲੈਂਡ ਪੁਲਿਸ ਦੇ ਨਾਲ ਮਿਲ ਕੇ ਮਾਮਲੇ ਦੀ ਜਾਂਚ ਕਰ ਰਿਹਾ ਹੈ। ਅਲਮੇਡਾ ਕਾਉਂਟੀ ਕਰੋਨਰ ਬਿਊਰੋ ਨੇ ਦੱਸਿਆ ਕਿ ਇੱਕ ਔਰਤ ਦੀ ਬੱਸ ਵਿੱਚ ਅਤੇ ਇੱਕ ਹੋਰ ਦੀ ਹਸਪਤਾਲ ਵਿੱਚ ਮੌਤ ਹੋ ਗਈ। ਘੱਟੋ-ਘੱਟ 5 ਹੋਰ ਔਰਤਾਂ ਜ਼ਖਮੀ ਵੀ ਹੋਈਆਂ ਹਨ ਜਿਨ੍ਹਾਂ ਵਿੱਚੋਂ ਇੱਕ ਦੀ ਹਾਲਤ ਗੰਭੀਰ ਹੈ। ਬਚਾਅ ਕਰਨ ਲਈ ਕੈਨੇਡਾ ਵਿੱਚ ਲੋਕਾਂ ਨੂੰ ਬੀਤੇ ਹਫ਼ਤਿਆਂ ਤੋਂ ਵੈਕਸੀਨ ਦੇ ਟੀਕੇ ਲਗਾਤਾਰਤਾ ਨਾਲ ਲਗਾਏ ਜਾ ਰਹੇ ਹਨ ਅਤੇ ਖਬਰਾਂ ਮੁਤਾਬਿਕ ਦੇਸ਼ ਵਿੱਚ ਇਸ ਸਮੇਂ ਵੈਕਸੀਨ ਦੀ ਕੋਈ ਘਾਟ ਨਹੀਂ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਹੈ ਕਿ ਦੇਸ਼ ਵਿੱਚ ਮੌਜੂਦ ਹਰੇਕ ਵਿਅਕਤੀ ਨੂੰ ਟੀਕਾ ਲਗਵਾਉਣ ਦਾ ਮੌਕਾ ਦਿੱਤਾ ਜਾਵੇਗਾ। ਕੈਨੇਡਾ ਵਿੱਚ ਸੈਰ ਕਰਨ ਵਾਲੇ ਜਾਂ ਸੁਪਰ ਵੀਜ਼ਾ ਨਾਲ ਗਏ ਲੋਕ ਵੀ ਟੀਕਾ ਲਗਵਾ ਸਕਦੇ ਹਨ। ਦੇਸ਼ ਭਰ ਵਿੱਚ ਅੱਧੀ ਕੁ ਆਬਾਦੀ ਨੂੰ ਘੱਟੋ-ਘੱਟ ਇੱਕ ਟੀਕਾ ਲੱਗ ਚੁੱਕਾ ਹੈ। ਓਨਟਾਰੀਓ ਨੂੰ ਬੀਤੇ ਦਿਨ ਕੈਨੇਡਾ ਸਰਕਾਰ ਤੋਂ ਵੈਕਸੀਨ ਦੀਆਂ 22 ਲੱਖ ਖੁਰਾਕਾਂ ਮਿਲੀਆਂ ਹਨ ਅਤੇ ਬੀਤੇ ਕੱਲ ਤੋਂ 18 ਸਾਲ ਤੋਂ ਵੱਧ ਉਮਰ ਦੇ ਹਰੇਕ ਵਿਅਕਤੀ ਨੂੰ ਟੀਕੇ ਲੱਗਣੇ ਸ਼ੁਰੂ ਹੋ ਗਏ ਹਨ। ਇਹ ਵੀ ਕਿ ਜੂਨ ਦੇ ਪਹਿਲੇ ਹਫ਼ਤੇ ਤੋਂ 12 ਸਾਲ ਤੋਂ 17 ਸਾਲ ਦੀ ਉਮਰ ਦੇ ਬੱਚਿਆਂ ਨੂੰ ਵੀ ਫਾਈਜ਼ਰ ਵੈਕਸੀਨ ਦਾ ਟੀਕਾ ਲਗਾਉਣਾ ਸ਼ੁਰੂ ਕਰ ਦਿੱਤਾ ਜਾਵੇਗਾ। ਹੁਣ ਤੱਕ ਓਨਟਾਰੀਓ ਦੀਆਂ 14 ਲੱਖ ਦੇ ਕਰੀਬ ਵਸੋਂ ਵਿੱਚੋਂ 7 ਲੱਖ ਲੋਕ ਟੀਕੇ ਲਗਵਾ ਚੁੱਕੇ ਹਨ। Hello everyone, bonjour à tous. Je suis content d'être ici avec la docteure Tam, le docteur New, ainsi que les ministres Champagne, Anand et Haidu. Aujourd'hui, je veux vous parler de la situation actuelle en ce qui concerne la livraison des vaccins, les règles de santé publique et nos investissements à long terme dans la biofabrication ici chez nous. Commençons par la livraison des vaccins. This week, we're receiving 4.5 million vaccine doses, including a shipment from Pfizer that has been moved up ahead of the holiday weekend. 4.5 million doses is our largest weekly shipment to date, and it'll help Canada keep within the top of the G20 on daily vaccinations, where we've been for over 2 weeks. In fact, because of the number of vaccines arriving, yesterday, Ontario announced that anyone over 18 can sign up for a vaccine appointment starting today. To everyone who's been waiting patiently so that your parents and grandparents could go first, thank you. ਵੈਨਕੂਵਰ ਪੁਲਿਸ ਨੇ 4 ਪੰਜਾਬੀਆਂ ਸਮੇਤ 6 ਵਿਅਕਤੀਆਂ ਨੂੰ ਗੈਂਗਸਟਰ ਦੱਸਦਿਆਂ ਉਨ੍ਹਾਂ ਦੇ ਨਾਂ ਤੇ ਫੋਟੋਆਂ ਜਾਰੀ ਕਰਕੇ ਲੋਕਾਂ ਨੂੰ ਸੁਚੇਤ ਕੀਤਾ ਹੈ।
ਕਿ ਇਹਨਾਂ ਤੋਂ ਬਚ ਕੇ ਰਿਹਾ ਜਾਵੇ ਤੇ ਪਤਾ ਲੱਗਣ ਤੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਜਾਵੇ। ਪੁਲਿਸ ਮੁਖੀ ਐਡਮ ਪਾਲਮਰ ਅਨੁਸਾਰ ਇਹਨਾਂ ਗੈਂਗਸਟਰਾਂ ਦਾ ਆਮ ਲੋਕਾਂ ਵਿੱਚ ਵਿਚਰਨਾ ਹੋਰਾਂ ਲਈ ਖਤਰੇ ਤੋਂ ਖਾਲੀ ਨਹੀਂ ਹੈ। ਉਹਨਾਂ ਨੇ ਦੱਸਿਆ ਕਿ ਲੰਘੇ 4.5 ਮਹੀਨਿਆਂ ਦੌਰਾਨ ਖੇਤਰ ਵਿੱਚ ਗੈਂਗਸਟਰਾਂ ਦੀ ਬਦਲਾਖੋਰੀ ਵਿੱਚ 20 ਜਾਣੇ ਮਾਰੇ ਗਏ ਤੇ 20 ਹੋਰ ਜ਼ਖਮੀ ਹੋਏ। ਜਾਰੀ ਕੀਤੇ 6 ਨਾਵਾਂ ਵਿੱਚ ਹਰਜੀਤ ਦਿਓ ਤੇ ਗੁਰਿੰਦਰ ਦਿਓ ਸਕੇ ਭਰਾ, ਵਰਿੰਦਰ ਧਾਲੀਵਾਲ ਤੇ ਮਨਿੰਦਰ ਧਾਲੀਵਾਲ ਸਕੇ ਭਰਾ ਅਤੇ 21 ਤੇ 41 ਸਾਲਾਂ ਦੇ ਲੋਕ ਹੋਰ ਭਾਈਚਾਰਿਆਂ ਚੋਂ ਹਨ। ਦਿਓ ਭਰਾਵਾਂ ਦਾ ਵੱਡਾ ਭਰਾ 5 ਸਾਲ ਪਹਿਲਾਂ ਟੋਰਾਂਟੋ ਵਿੱਚ ਮਾਰਿਆ ਗਿਆ ਸੀ। ਕੁਝ ਦਿਨਾਂ ਤੋਂ ਗੈਂਗਸਟਰ ਘਟਨਾਵਾਂ ਵਿੱਚ ਤੇਜ਼ੀ ਆਉਣ ਕਾਰਨ ਸਰਕਾਰ ਦੀ ਫਿਕਰਮੰਦੀ ਵਧੀ ਹੋਈ ਹੈ। ਇਸ ਸੰਬੰਧ ਵਿੱਚ 2 ਵਾਰ ਮੀਟਿੰਗਾਂ ਹੋ ਚੁੱਕੀਆਂ ਨੇ। 2 ਹਫ਼ਤੇ ਪਹਿਲਾਂ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਹੋਈ ਗੋਲਾਬਾਰੀ ਨੇ ਉੱਥੋਂ ਦੀ ਸੁਰੱਖਿਆ ਵਿਵਸਥਾ ਦੀ ਪੋਲ ਖੋਲ ਦਿੱਤੀ ਸੀ। ਬੇਸ਼ੱਕ ਇਸ ਨੂੰ ਅੰਦਰੂਨੀ ਮਾਮਲਾ ਕਹਿ ਕੇ ਟਾਲਣ ਦਾ ਯਤਨ ਕੀਤਾ ਜਾ ਰਿਹਾ ਹੈ, ਪਰ ਵਿਭਾਗੀ ਸੂਤਰਾਂ ਦਾ ਕਹਿਣਾ ਹੈ ਕਿ ਪੁਲਿਸ ਨੂੰ ਸਖਤੀ ਕਰਕੇ ਅਪਰਾਧਾਂ ਨੂੰ ਬ੍ਰੇਕ ਲਗਾਉਣ ਦੀਆਂ ਹਦਾਇਤਾਂ ਦਿੱਤੀਆਂ ਜਾ ਚੁੱਕੀਆਂ ਨੇ। ਪੁਲਿਸ ਮੁਖੀ ਸ੍ਰੀ ਪਾਲਮਰ ਨੇ ਕਿਹਾ ਕਿ ਇਸ ਸੰਬੰਧੀ ਉਪ ਪੁਲਿਸ ਮੁਖੀ ਫਿਓਨਾ ਵਿਲਸਨ ਦੀ ਅਗਵਾਈ ਹੇਠ ਗਠਿਤ ਟੀਮ ਦੇ ਯਤਨਾਂ ਨੂੰ ਜਲਦੀ ਬੂਰ ਪੈ ਸਕਦਾ ਹੈ, ਜਿਸ ਨਾਲ ਲੋਅਰ ਮੈਨਲੈਂਡ 'ਚ ਲੋਕਾਂ ਦੇ ਮਨਾਂ ਦਾ ਡਰ ਦੂਰ ਹੋ ਸਕੇਗਾ। ਆਸਟ੍ਰੇਲੀਆ ਦੇ ਮੁੱਖ ਸੂਬੇ ਨਿਊ ਸਾਊਥ ਵੇਲਜ਼ ਦੇ ਸਰਕਾਰੀ ਸਕੂਲਾਂ ਵਿੱਚ ਕਿਰਪਾਨ ਪਹਿਨਣ ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਸੂਬੇ ਦੀ ਸਿੱਖਿਆ ਮੰਤਰੀ ਨੇ ਕਿਹਾ ਕਿ ਇਹ ਪ੍ਰਬੰਧਕੀ ਕਦਮ ਸਕੂਲ ਦੇ ਵਿਦਿਆਰਥੀਆਂ ਤੇ ਸਟਾਫ ਦੀ ਸੁਰੱਖਿਆ ਨੂੰ ਲੈ ਕੇ ਚੁੱਕਿਆ ਗਿਆ ਹੈ। ਸਿੱਖ ਹਲਕਿਆਂ ਨੇ ਇਸ ਨੂੰ ਸਰਕਾਰ ਵੱਲੋਂ ਕਾਹਲੀ ਵਿੱਚ ਲਿਆ ਗਿਆ ਫੈਸਲਾ ਕਿਹਾ। ਇਸ ਨਾਲ ਸਕੂਲੀ ਸਿੱਖ ਬੱਚਿਆਂ ਦੀ ਧਾਰਮਿਕ ਰੂਹ ਰੀਤਾਂ ਤੇ ਪਛਾਣ ਤੇ ਅਸਰ ਪਵੇਗਾ। ਜਾਣਕਾਰੀ ਮੁਤਾਬਕ ਭਾਰਤੀ ਪੰਜਾਬੀਆਂ ਦੀ ਵੱਧ ਵਸੋਂ ਵਾਲੇ ਪੱਛਮੀ ਸਿਡਨੀ ਦੇ ਇੱਕ ਸਕੂਲ ਵਿੱਚ 6 ਮਈ ਨੂੰ ਵਿਦਿਆਰਥੀਆਂ ਦੀ ਲੜਾਈ ਹੋ ਗਈ ਸੀ, ਜਿਸ ਵਿੱਚ ਇੱਕ 16 ਸਾਲਾ ਵਿਦਿਆਰਥੀ ਗੰਭੀਰ ਜ਼ਖਮੀ ਹੋ ਗਿਆ। ਉਸ ਦੇ ਢਿੱਡ ਵਿੱਚ ਇੱਕ 14 ਸਾਲਾ ਵਿਦਿਆਰਥੀ ਨੇ 2 ਵਾਰ ਕਿਰਪਾਨ ਮਾਰੀ ਸੀ। ਜ਼ਖਮੀ ਵਿਦਿਆਰਥੀ ਕਰੀਬ 2 ਹਫ਼ਤੇ ਹਸਪਤਾਲ 'ਚ ਜ਼ੇਰੇ ਇਲਾਜ ਰਿਹਾ। ਪੁਲਿਸ ਨੇ ਹਮਲਾਵਰ ਵਿਦਿਆਰਥੀਆਂ ਉੱਤੇ ਗੰਭੀਰ ਸਰੀਰਕ ਨੁਕਸਾਨ ਪਹੁੰਚਣ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ। ਉਹ ਜੁਲਾਈ ਵਿੱਚ ਅਦਾਲਤ ਵਿੱਚ ਪੇਸ਼ ਹੋਵੇਗਾ ਤੇ ਇਸ ਸਮੇਂ ਜ਼ਮਾਨਤ ਤੇ ਹੈ। ਅਮਰੀਕਾ ਨੇ ਕਿਹਾ ਹੈ ਕਿ ਚੀਨ ਉਸ ਨਾਲ ਦੁਬੱਲੀ ਪਰਮਾਣੂ ਹਥਿਆਰ ਵਾਰਤਾ ਦਾ ਵਿਰੋਧ ਕਰ ਰਿਹਾ ਹੈ। ਹਾਲਾਂਕਿ ਅਮਰੀਕਾ ਪਰਮਾਣੂ ਹਥਿਆਰਾਂ ਦੇ ਭੰਡਾਰ ਨੂੰ ਘੱਟ ਕਰਨ ਦੇ ਯਤਨ ਅੱਗੇ ਵਧਾਉਣਾ ਚਾਹੁੰਦਾ ਹੈ। ਅਮਰੀਕਾ ਦੇ ਹਥਿਆਰਬੰਦੀ ਰਾਜਦੂਤ ਰਾਬਰਟ ਵੁੱਡ ਨੇ ਸੰਯੁਕਤ ਅਗਸਤ ਦੇ ਇੱਕ ਚੀਨ ਸੰਮੇਲਨ 'ਚ ਕਿਹਾ ਕਿ ਚੀਨ ਨੇ ਨਾਟਕੀ ਢੰਗ ਨਾਲ ਪਰਮਾਣੂ ਹਥਿਆਰਾਂ ਦਾ ਜ਼ਖੀਰਾ ਵਧਾਇਆ ਹੈ। ਇਸ ਦੇ ਬਾਵਜੂਦ ਇਹ ਮੰਦਭਾਗਾ ਹੈ ਕਿ ਉਹ ਪਰਮਾਣੂ ਜ਼ੋਖਮ ਘੱਟ ਕਰਨ ਤੇ ਅਮਰੀਕਾ ਨਾਲ ਦੁਬੱਲੀ ਗੱਲਬਾਤ ਕਰਨ ਦਾ ਵਿਰੋਧ ਕਰ ਰਿਹਾ ਹੈ। ਉਹਨਾਂ ਨੇ ਕਿਹਾ ਕਿ ਜਿਸ ਤਰ੍ਹਾਂ ਅਰਥਪੂਰਨ ਜਾਂ ਮਾਹਰਾਂ ਦੀ ਗੱਲ ਅਸੀਂ ਰੂਸ ਨਾਲ ਕਰ ਰਹੇ ਹਾਂ, ਉਸੇ ਤਰ੍ਹਾਂ ਦੀ ਗੱਲਬਾਤ ਕਰਨ ਪ੍ਰਤੀ ਚੀਨ ਦੀ ਇੱਛਾ ਨਹੀਂ ਹੈ। ਸਾਨੂੰ ਉਮੀਦ ਹੈ ਕਿ ਉਸਦੇ ਇਸ ਰੁਖ 'ਚ ਬਦਲਾਅ ਆਵੇਗਾ। ਜ਼ਿਕਰਯੋਗ ਹੈ ਕਿ ਅਮਰੀਕਾ ਤੇ ਰੂਸ ਨੇ ਇਸ ਸਾਲ ਦੇ ਸ਼ੁਰੂ 'ਚ ਹਥਿਆਰ ਕੰਟਰੋਲ ਦਾ ਸਮਝੌਤਾ ਨਿਊ ਸਟਾਰਟ 5 ਸਾਲ ਲਈ ਅੱਗੇ ਵਧਾਉਣ ਦਾ ਫੈਸਲਾ ਕੀਤਾ ਹੈ। ਪੰਜਾਬ ਦੇ ਕਈ ਮੰਤਰੀ, ਵਿਧਾਇਕ ਅਤੇ ਸੰਸਦ ਮੈਂਬਰ ਹੁਣ ਖੁੱਲ੍ਹ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖਿਲਾਫ ਲਾਮਬੰਦ ਹੋ ਗਏ ਹਨ। ਮੰਗਲਵਾਰ ਨੂੰ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਘਰ ਤੇ ਦਰਜਨ ਭਰ ਕਾਂਗਰਸੀ ਨੇਤਾਵਾਂ ਨੇ ਬੈਠਕ ਕੀਤੀ। ਦੱਸਿਆ ਜਾ ਰਿਹਾ ਹੈ ਕਿ ਇਸ ਬੈਠਕ ਵਿੱਚ ਸੁਖਜਿੰਦਰ ਸਿੰਘ ਰੰਧਾਵਾ ਸਮੇਤ 5 ਮੰਤਰੀ, ਪ੍ਰਗਟ ਸਿੰਘ ਸਹਿਤ 7 ਵਿਧਾਇਕ ਅਤੇ ਸੰਸਦ ਮੈਂਬਰ ਪ੍ਰਤਾਪ ਸਿੰਘ ਬਾਜਵਾ ਸ਼ਾਮਲ ਹੋਏ। ਇਸ ਤੋਂ ਪਹਿਲਾਂ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਖਿਲਾਫ ਵੀ ਅਜਿਹੀ ਹੀ ਲਾਮਬੰਦੀ ਦੇਖਣ ਨੂੰ ਮਿਲੀ ਸੀ। ਜਦੋਂ ਕਰੀਬ 7 ਮੰਤਰੀਆਂ ਨੇ ਮੁੱਖ ਮੰਤਰੀ ਦਾ ਸਮਰਥਨ ਕੀਤਾ ਸੀ, ਉਦੋਂ ਮੰਤਰੀ ਬ੍ਰਹਮ ਮਹਿੰਦਰਾ, ਸਾਧੂ ਸਿੰਘ ਧਰਮਸੋਤ, ਸੁੰਦਰ ਸ਼ਿਆਮ ਅਰੋੜਾ, ਬਲਵੀਰ ਸਿੰਘ ਸਿੱਧੂ, ਗੁਰਪ੍ਰੀਤ ਸਿੰਘ ਕਾਂਗੜ, ਵਿਜੇ ਇੰਦਰ ਸਿੰਗਲਾ ਅਤੇ ਭਾਰਤ ਭੂਸ਼ਣ ਆਸ਼ੂ ਨੇ ਬਕਾਇਦਾ ਬਿਆਨ ਜਾਰੀ ਕਰਕੇ ਕਾਂਗਰਸ ਹਾਈ ਕਮਾਨ ਨੂੰ ਸਿੱਧੂ ਨੂੰ ਸਸਪੈਂਡ ਕਰਨ ਦਾ ਸੱਦਾ ਦਿੱਤਾ ਸੀ। ਉੱਥੇ ਹੀ ਹੁਣ ਪੰਜਾਬ ਕਾਂਗਰਸ ਦਾ ਇੱਕ ਧੜਾ ਸਿੱਧੇ ਤੌਰ ਤੇ ਮੁੱਖ ਮੰਤਰੀ ਖਿਲਾਫ ਖੜਾ ਹੋ ਗਿਆ ਹੈ। ਚੰਨੀ ਦੇ ਘਰ ਹੋਈ ਬੈਠਕ ਦੌਰਾਨ ਇਹਨਾਂ ਨੇਤਾਵਾਂ ਨੇ ਪੰਜਾਬ ਦੀ ਜਾਂਚ ਏਜੰਸੀਆਂ ਦੇ ਗਲਤ ਇਸਤੇਮਾਲ ਨੂੰ ਮੰਦਭਾਗਾ ਵੀ ਦੱਸਿਆ। ਕੈਨੇਡਾ ਦੇ ਰਿਚਮੰਡ ਸ਼ਹਿਰ ਦੇ ਰਹਿਣ ਵਾਲੇ ਅਰਜਨ ਸਿੰਘ ਭੁੱਲਰ ਦਾ ਨਾਮ ਅੱਜ ਹਰ ਇੱਕ ਦੇ ਬੁੱਲਾਂ ਤੇ ਹੈ। ਦਰਅਸਲ ਉਸਨੇ ਇਸ ਸਾਲ ਦੀ ਮਿਕਸਡ ਮਾਰਸ਼ਲ ਆਰਟਸ ਦੀ ਵਰਲਡ ਹੈਵੀ ਵੇਟ ਪ੍ਰਤੀਯੋਗਿਤਾ ਤੇ ਕਬਜ਼ਾ ਕਰ ਲਿਆ ਹੈ ਤੇ ਅਜਿਹਾ ਕਰਨ ਵਾਲਾ ਉਹ ਪਹਿਲਾ ਪੰਜਾਬੀ ਮੂਲ ਦਾ ਕੈਨੇਡਾ ਵਾਸੀ ਹੈ। ਉਸਨੇ ਫਾਈਨਲ ਮੁਕਾਬਲੇ ਵਿੱਚ ਬ੍ਰੈਂਡਨ ਵੇਰਾ ਨੂੰ ਹਰਾਇਆ, ਜਿਸਨੇ ਇਸ ਬੀਤੇ 5.5 ਸਾਲਾਂ ਤੋਂ ਇਸ ਦਾਅਵੇਦਾਰੀ ਤੇ ਕਬਜ਼ਾ ਕੀਤਾ ਹੋਇਆ ਸੀ। ਅਰਜਨ ਸਿੰਘ ਨੇ 1 ਹੈਵੀ ਵੇਟ ਵਰਲਡ ਟਾਈਟਲ ਆਪਣੇ ਨਾਮ ਦਰਜ ਕੀਤਾ ਹੈ। ਇਹ ਪ੍ਰਤੀਯੋਗਿਤਾ ਸਿੰਗਾਪੁਰ ਦੇ ਇੰਡੋਰ ਸਟੇਡੀਅਮ ਵਿੱਚ ਹੋਈ। ਅਰਜਨ ਸਿੰਘ ਨੇ ਵੇਰਾ ਨੂੰ ਪਹਿਲੇ ਹੀ ਰਾਊਂਡ ਤੋਂ ਦਬਾਅ ਹੇਠ ਰੱਖਿਆ ਤੇ ਅੰਤ ਤੱਕ ਇਸ ਮੁਕਾਬਲੇ ਵਿੱਚ ਅੱਗੇ ਬਣਿਆ ਰਿਹਾ। ਵੇਰਾ ਫਿਲੀਪੀਨ ਅਮਰੀਕੀ ਮੂਲ ਦਾ ਹੈ।
ਬਰਗਾੜੀ ਬੇਅਦਬੀ ਕਾਂਡ ਬਹੁਤ ਹੀ ਮੰਦਭਾਗੀ ਘਟਨਾ ਸੀ। ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਬਲਜੀਤ ਸਿੰਘ ਹੁਣਾ ਨੇ ਕਿਹਾ ਕਿ ਸਿੱਖ ਸੰਗਤ ਨੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਬੇਅਦਬੀ ਦੇ ਦੋਸ਼ੀਆਂ ਨੂੰ ਜੇਲ੍ਹਾਂ ਵਿੱਚ ਡੱਕਣ ਦੇ ਦਿੱਤੇ ਭਰੋਸੇ ਤੇ ਯਕੀਨ ਕਰਦਿਆਂ ਉਸ ਦੀ ਸਰਕਾਰ ਬਣਾਈ, ਪਰ ਕੈਪਟਨ ਨੇ ਵੀ 4.25 ਸਾਲ ਇਨਸਾਫ ਨੂੰ ਸਿਆਸੀ ਘੁੰਮਣ ਘੇਰੀਆਂ ਵਿੱਚ ਪਾਈ ਰੱਖਿਆ, ਕਿਉਂਕਿ ਜਾਂਚ ਵਿੱਚ ਬਾਦਲਾਂ ਦਾ ਕਰੀਬੀ ਡੇਰਾ ਸਿਰਸਾ ਮੁਖੀ ਅਤੇ ਉਸਦੇ ਪੈਰੋਕਾਰ ਫਸਦੇ ਨਜ਼ਰ ਆ ਰਹੇ ਸਨ। ਉਹਨਾਂ ਦਾ ਦਾਅਵਾ ਕਿ ਬੇਅਦਬੀ ਕਾਂਡ ਅਤੇ ਗੋਲੀ ਕਾਂਡ ਦਾ ਇਨਸਾਫ ਇਸ ਲਈ ਅੱਜ ਤੱਕ ਨਹੀਂ ਹੋਇਆ ਕਿ ਬਾਦਲਾਂ ਅਤੇ ਕੈਪਟਨ ਦੀ ਨਜ਼ਰ ਡੇਰਾ ਸਿਰਸਾ ਦੇ ਵੋਟ ਬੈਂਕ ਤੇ ਰਹੀ। ਦਾਦੂਵਾਲ ਨੇ ਕਿਹਾ ਕਿ ਉਹਨਾਂ ਨੂੰ ਪਹਿਲਾਂ ਵਾਲੀ ਜਾਂਚ ਟੀਮ ਦੇ ਪੁਲਿਸ ਅਫਸਰਾਂ ਤੇ ਵੀ ਭਰੋਸਾ ਸੀ ਅਤੇ ਹੁਣ ਵਾਲੀ ਟੀਮ ਦੇ ਅਫਸਰਾਂ ਪ੍ਰਤੀ ਵੀ ਕੋਈ ਸ਼ੱਕ ਨਹੀਂ। ਕੋਵਿਡ-19 ਮਹਾਮਾਰੀ ਦੀ ਦੂਜੀ ਲਹਿਰ ਕਾਰਨ ਹਵਾਈ ਯਾਤਰੀਆਂ ਦੀ ਗਿਣਤੀ ਵਿੱਚ ਭਾਰੀ ਗਿਰਾਵਟ ਆਈ ਹੈ, ਜਿਸ ਤੋਂ ਬਾਅਦ ਸ਼ਹਿਰੀ ਹਵਾਬਾਜ਼ੀ ਮੰਤਰਾਲਾ ਨੇ ਆਪਣੀ ਵੈਬਸਾਈਟ ਤੇ ਰੋਜ਼ਾਨਾ ਅੰਕੜੇ ਜਾਰੀ ਕਰਨੇ ਬੰਦ ਕਰ ਦਿੱਤੇ ਨੇ। ਉੱਥੇ ਹੀ ਹਵਾਈ ਮੁਸਾਫਰਾਂ ਦੀ ਗਿਣਤੀ ਘੱਟ ਕਾਰਨ ਪਹਿਲਾਂ ਤੋਂ ਬੋਝ ਦਾ ਸਾਹਮਣਾ ਕਰ ਰਹੀਆਂ 에ਅਰਲਾਈਨਾਂ ਦੀ ਹਾਲਤ ਹੋਰ ਪਤਲੀ ਹੋਵੇਗੀ। ਸ਼ਹਿਰ ਹਵਾਬਾਜ਼ੀ ਡਾਇਰੈਕਟਰ ਜਨਰਲ ਦੇ ਅੰਕੜਿਆਂ ਅਨੁਸਾਰ ਇਸ ਸਾਲ ਮਾਰਚ ਦੇ ਮੁਕਾਬਲੇ ਅਪ੍ਰੈਲ ਵਿੱਚ ਘਰੇਲੂ ਮਾਰਗਾਂ ਤੇ ਹਵਾਈ ਯਾਤਰੀਆਂ ਦੀ ਗਿਣਤੀ 26.81% ਘਟ ਕੇ 57.25 ਲੱਖ ਰਹਿ ਗਈ। ਇਹ ਅੰਕੜਾ ਅਕਤੂਬਰ 2020 ਤੋਂ ਬਾਅਦ ਸਭ ਤੋਂ ਘੱਟ ਹੈ। ਇਸ ਸਾਲ ਮਾਰਚ ਵਿੱਚ 78.22 ਲੱਖ ਲੋਕਾਂ ਨੇ ਹਵਾਈ ਯਾਤਰਾ ਕੀਤੀ। ਮਈ ਵਿੱਚ ਇਸ ਗਿਣਤੀ ਵਿੱਚ ਹੋਰ ਤੇਜ਼ੀ ਨਾਲ ਆ ਰਹੀ ਗਿਰਾਵਟ ਤੋਂ ਬਾਅਦ ਮੰਤਰਾਲਾ ਨੇ ਰੋਜ਼ਾਨਾ ਦੇ ਅੰਕੜੇ ਜਾਰੀ ਕਰਨੇ ਬੰਦ ਕਰ ਦਿੱਤੇ ਹਨ। ਅੰਤਿਮ ਅੰਕੜੇ 14 ਮਈ ਦੇ ਉਪਲਬਧ ਹਨ, ਜਦੋਂ ਇੱਕ ਦਿਨ ਵਿੱਚ 825 ਉਡਾਣਾਂ ਵਿੱਚ 54,181 ਯਾਤਰੀਆਂ ਨੇ ਸਫ਼ਰ ਕੀਤਾ ਸੀ। ਇਹ ਅਪ੍ਰੈਲ ਦੀ ਤੁਲਨਾ ਵਿੱਚ 72% ਘੱਟ ਹੈ। ਆਮ ਤੌਰ ਤੇ ਅਪ੍ਰੈਲ ਅਤੇ ਮਈ ਵਿੱਚ ਹਵਾਈ ਯਾਤਰੀਆਂ ਦੀ ਗਿਣਤੀ ਵਧਦੀ ਹੈ, ਕਿਉਂਕਿ ਸਕੂਲ ਕਾਲਜਾਂ ਵਿੱਚ ਛੁੱਟੀਆਂ ਹੋਣ ਨਾਲ ਪਰਿਵਾਰ ਘੁੰਮਣ ਜਾਂਦੇ ਹਨ, ਪਰ ਇਸ ਵਾਰ ਕੋਵਿਡ ਦੀ ਦੂਜੀ ਲਹਿਰ ਕਾਰਨ ਪਹਿਲਾਂ ਵਾਲਾ ਮਾਹੌਲ ਨਹੀਂ ਹੈ। ਪਿਛਲੇ ਸਾਲ 25 ਮਾਰਚ ਤੋਂ 2 ਮਹੀਨਿਆਂ ਲਈ ਉਡਾਣਾਂ ਬੰਦ ਰਹੀਆਂ। ਇਸ ਪਿੱਛੋਂ 25 ਮਈ 2020 ਨੂੰ ਘਰੇਲੂ ਮਾਰਗਾਂ ਤੇ ਉਡਾਣਾਂ ਚਲਾਉਣ ਦੀ ਮਨਜ਼ੂਰੀ ਦਿੱਤੀ ਗਈ ਸੀ। ਜਬਰ ਜਨਾਹ ਤੇ ਹੱਤਿਆ ਦੇ ਮਾਮਲੇ 'ਚ ਸਜ਼ਾ ਕੱਟ ਰਹੇ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਸਿੰਘ ਨੇ ਬਿਮਾਰ ਮਾਂ ਦਾ ਹਵਾਲਾ ਦਿੰਦੇ ਹੋਏ 21 ਦਿਨ ਦੀ ਪੈਰੋਲ ਮੰਗੀ ਹੈ। ਜੇਲ੍ਹ ਪ੍ਰਸ਼ਾਸਨ ਨੇ ਪੈਰੋਲ ਦੇਣ ਲਈ ਪੁਲਿਸ ਤੋਂ NOC ਮੰਗੀ ਹੈ। ਪੁਲਿਸ ਪ੍ਰਸ਼ਾਸਨ ਦੀ ਸੁਰੱਖਿਆ ਕਾਰਨ ਦੇਖਦੇ ਹੋਏ ਫੈਸਲਾ ਲਵੇਗਾ। ਪੈਰੋਲ ਲਈ ਗੁਰਮੀਤ ਪਹਿਲਾਂ ਵੀ ਕਈ ਵਾਰ ਯਤਨ ਕਰ ਚੁੱਕਿਆ ਹੈ, ਪਰ ਸੁਰੱਖਿਆ ਕਾਰਨਾਂ ਕਰਕੇ ਜੇਲ੍ਹ ਤੋਂ ਬਾਹਰ ਜਾਣ ਦੀ ਇੱਛਾ ਪੂਰੀ ਨਹੀਂ ਹੋਈ। ਸੁਨਾਰੀਆ ਜੇਲ੍ਹ 'ਚ ਸਜ਼ਾ ਯਾਫਤ ਗੁਰਮੀਤ ਨੇ ਸੋਮਵਾਰ ਜੇਲ੍ਹ ਪ੍ਰਸ਼ਾਸਨ ਨੂੰ ਪੈਰੋਲ ਲਈ ਅਰਜ਼ੀ ਲਾਈ। ਜੇਲ੍ਹ ਪ੍ਰਸ਼ਾਸਨ ਨੇ ਪੈਰੋਲ ਦੀ ਪ੍ਰਕਿਰਿਆ ਤਹਿਤ ਪੁਲਿਸ ਤੋਂ NOC ਮੰਗੀ ਹੈ ਤਾਂ ਜੋ ਉਸ ਨੂੰ ਪੈਰੋਲ ਦੇਣ ਦਾ ਕੋਈ ਮੁਸ਼ਕਲ ਨਾ ਆਵੇ। ਗੁਰਮੀਤ ਨੂੰ ਪੈਰੋਲ ਦੇਣ ਲਈ ਸਿਰਸਾ ਤੇ ਰੋਹਤਕ ਪੁਲਿਸ ਅਧਿਕਾਰੀ ਜੇਲ੍ਹ ਪ੍ਰਸ਼ਾਸਨ ਦੀ ਕਾਨੂੰਨ ਵਿਵਸਥਾ ਨੂੰ ਖਤਰਾ ਦਿਖਾਈ ਨਾ ਦਿੱਤਾ ਤਾਂ ਪੈਰੋਲ ਮਨਜ਼ੂਰ ਹੋ ਜਾਵੇਗੀ। ਇਸ ਤੇ ਉਲਟ ਜੇਕਰ ਉਸ ਦੇ ਬਾਹਰ ਆਉਣ ਤੋਂ ਬਾਅਦ ਕਾਨੂੰਨ ਵਿਵਸਥਾ ਵਿਗੜਨ ਦੀ ਸੰਭਾਵਨਾ ਦਿਖੀ ਤਾਂ ਪਹਿਲਾਂ ਵਾਂਗ ਹੀ ਪੈਰੋਲ ਦੀ ਅਰਜ਼ੀ ਖਾਰਜ ਹੋ ਜਾਵੇਗੀ। ਗੁਰਮੀਤ ਇਸ ਤੋਂ ਪਹਿਲਾਂ ਪਰਿਵਾਰ 'ਚ ਵਿਆਹ, ਬਿਮਾਰ ਮਾਂ ਦੀ ਦੇਖਭਾਲ, ਖੇਤੀ ਕਰਨ ਲਈ ਪੈਰੋਲ ਮੰਗ ਚੁੱਕਿਆ ਹੈ। ਇਜ਼ਰਾਈਲ ਅਤੇ ਫਿਲਿਸਤਾਨ ਵਿਚਾਲੇ ਤਣਾਅ ਵਧਦਾ ਜਾ ਰਿਹਾ ਹੈ। ਹਮਾਸ ਵੱਲੋਂ ਇਜ਼ਰਾਈਲ ਤੇ ਰਾਕੇਟ ਦਾਗੇ ਜਾ ਰਹੇ ਨੇ। ਜਵਾਬ ਵਿੱਚ ਇਜ਼ਰਾਈਲ ਵੱਲੋਂ 에ਅਰ ਸਟ੍ਰਾਈਕ ਕੀਤੀ ਜਾ ਰਹੀ ਹੈ। ਇਹ ਸਭ ਫਿਲਿਸਤੀਨ ਦੇ ਦੂਜੇ ਹਿੱਸੇ ਮਤਲਬ ਗਾਜ਼ਾ ਵਿੱਚ ਹੋ ਰਿਹਾ ਹੈ। ਇਜ਼ਰਾਈਲ ਦੀ 에ਅਰ ਸਟ੍ਰਾਈਕ ਵਿੱਚ ਗਾਜ਼ਾ ਸਥਿਤ ਇਕਲੌਤੀ ਕੋਰੋਨਾ ਟੈਸਟਿੰਗ ਲੈਬ ਤਬਾਹ ਹੋ ਗਈ ਹੈ। ਗਾਜ਼ਾ ਦੇ ਸਿਹਤ ਮੰਤਰਾਲੇ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਇਸਲਾਮਿਕ ਸਮੂਹ ਹਮਾਸ ਖਿਲਾਫ ਇਜ਼ਰਾਈਲ ਦੀ ਲੜਾਈ ਦਾ ਅਸਰ ਆਮ ਲੋਕਾਂ ਤੇ ਪੈ ਰਿਹਾ ਹੈ। ਇਜ਼ਰਾਈਲ ਵੱਲੋਂ ਰਿਹਾਇਸ਼ੀ ਇਲਾਕਿਆਂ ਵਿੱਚ ਕੀਤੀ ਗਈ ਬੰਬਾਰੇ ਵਿੱਚ ਹੁਣ ਤੱਕ 213 ਫਿਲਿਸਤੀਨੀਆਂ ਦੀ ਮੌਤ ਹੋ ਚੁੱਕੀ ਹੈ। ਇਸ ਵਿੱਚ 61 ਬੱਚੇ ਸ਼ਾਮਲ ਹਨ। ਇਸ ਦੇ ਇਲਾਵਾ 1400 ਤੋਂ ਵੱਧ ਲੋਕ ਜ਼ਖਮੀ ਹਨ। ਯੂਨਾਈਟਿਡ ਨੇਸ਼ਨ ਨੇ ਇਜ਼ਰਾਈਲ ਅਤੇ ਫਿਲਿਸਤੀਨ ਵਿਚਾਲੇ ਚੱਲ ਰਹੇ ਇਸ ਹਿੰਸਾ ਨੂੰ ਮਨੁੱਖੀ ਆਫਤ ਦਾ ਨਾਮ ਦਿੱਤਾ। UN ਦਾ ਕਹਿਣਾ ਹੈ ਕਿ ਇਜ਼ਰਾਈਲ ਦੀ 에ਅਰ ਸਟ੍ਰਾਈਕ ਦੇ ਕਾਰਨ ਹੁਣ ਤੱਕ 40,000 ਫਿਲਿਸਤੀਨੀਆਂ ਨੂੰ ਭੱਜਣਾ ਪਿਆ ਹੈ ਅਤੇ ਕਰੀਬ 2400 ਫਿਲਿਸਤੀਨੀਆਂ ਨੂੰ ਆਪਣਾ ਘਰ ਗਵਾਉਣਾ ਪਿਆ ਹੈ। ਭਾਵੇਂ ਕਿ ਇਸ ਹਿੰਸਾ ਦਾ ਨੁਕਸਾਨ ਸਿਰਫ ਫਿਲਿਸਤੀਨ ਨੂੰ ਹੀ ਨਹੀਂ ਹੋਇਆ, ਸਗੋਂ ਦੋਹੀਂ ਪਾਸੇ ਹੋ ਰਿਹਾ ਹੈ। ਇਜ਼ਰਾਈਲ ਵੱਲੋਂ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 12 ਹੋ ਗਈ ਹੈ। ਹਾਲ ਹੀ ਵਿੱਚ ਹਮਾਸ ਨੇ ਦੱਖਣੀ ਏਸ਼ਕੋਲ ਖੇਤਰ ਵਿੱਚ ਰਾਕੇਟ ਦਾਗੇ, ਜਿਸ ਵਿੱਚ ਇੱਕ ਖਾਰਖਾਨੇ ਵਿੱਚ ਕੰਮ ਕਰਨ ਵਾਲੇ 2 ਥਾਈ ਨਾਗਰਿਕ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖਮੀ ਹੋ ਗਏ। ਇਸ ਤੋਂ ਪਹਿਲਾਂ ਹਮਾਸ ਦੇ ਰਾਕੇਟ ਦੀ ਚਪੇਟ ਵਿੱਚ ਆ ਕੇ ਕੇਰਲ ਦੀ ਇੱਕ ਭਾਰਤੀ ਔਰਤ ਦੀ ਵੀ ਮੌਤ ਹੋ ਗਈ ਸੀ, ਜੋ ਉੱਥੇ ਨਰਸ ਦਾ ਕੰਮ ਕਰ ਰਹੀ ਸੀ। ਇਜ਼ਰਾਈਲ ਦੀ 에ਅਰ ਸਟ੍ਰਾਈਕ ਵਿੱਚ ਗਾਜ਼ਾ ਸਥਿਤ ਇਕਲੌਤੀ ਕੋਵਿਡ ਟੈਸਟਿੰਗ ਲੈਬ ਤਬਾਹ ਹੋ ਗਈ ਹੈ। ਇਸ ਕਾਰਨ ਫਿਲਿਸਤੀਨੀਆਂ ਦੀ ਮੁਸੀਬਤ ਹੋਰ ਵੱਧ ਗਈ ਹੈ। ਗਾਜ਼ਾ ਵਿੱਚ ਕੋਰੋਨਾ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ ਅਤੇ ਇੱਥੇ ਪੋਜ਼ਿਟਿਵਿਟੀ ਰੇਟ ਕਰੀਬ 28% ਹੈ। ਇਹ ਸਨ ਹੁਣ ਤੱਕ ਦੀਆਂ ਖਬਰਾਂ। ਮੈਨੂੰ ਵਰੁਣ ਕੌਰ ਮਾਨ ਨੂੰ ਦਿਓ ਆਗਿਆ। ਦੇਖਦੇ ਰਹੋ ਪੰਜਾਬ ਮੇਲ USA TV। ਹੋਰ ਖਬਰਾਂ ਦੇ ਲਈ ਸਾਡਾ YouTube ਚੈਨਲ ਪੰਜਾਬ ਮੇਲ USA TV ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਸਤਿ ਸ਼੍ਰੀ ਅਕਾਲ।